student. Beta today we are start that national political parties in India. ਪਹਿਲਾਂ ਆਪਾਂ ਕੀਤਾ ਸੀ ਨਾ nature of political parties in India. Now we are discuss about the national party political parties in India. National parties ਕਿਹੜੀਆਂ ਜਿਹੜੀਆਂ ਆਪਾਂ ਪਿੱਛੇ 6 ਪੜ੍ਹੀਆਂ ਸੀਗੀਆਂ BJP ਬਹੁਜਨ ਸਮਾਜ ਪਾਰਟੀ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਹੈ ਹਨਾ ਤੇ ਇਹ ਸਾਰੀ ਪਾਰਟੀਆਂ ਬਾਰੇ ਆਪਾਂ ਪੜਾਂਗੇ ਠੀਕ ਹੈ। ਸਭ ਤੋਂ ਪਹਿਲਾਂ ਬੇਟਾ ਤੁਸੀਂ ਕੀ ਕਰਨਾ ਹੈ 2 ਮਾਰਕਸ ਦੇ ਕੁਐਸਚਨਸ ਦੇ ਵਿੱਚ ਤੁਹਾਨੂੰ ਹਮੇਸ਼ਾ ਹੀ ਆ ਜਾਂਦਾ ਹੈ ਨੇਮ ਆਫ ਦੀ ਪਾਰਟੀ ਠੀਕ ਹੈ ਉਹਦਾ ਇਲੈਕਸ਼ਨ ਸਿੰਬਲ ਕੀ ਹੈ ਤੇ ਉਹਦੇ ਪ੍ਰੈਜ਼ੀਡੈਂਟ ਕੌਣ ਹੈ ਲਾਈਕ ਨੈਸ਼ਨਲ ਇੰਡੀਅਨ ਨੈਸ਼ਨਲ ਕਾਂਗਰਸ ਭਾਰਤੀ ਰਾਸ਼ਟਰੀ ਕਾਂਗਰਸ ਜਿਹਦਾ ਇਲੈਕਸ਼ਨ ਸਿੰਬਲ ਹੈਂਡ ਹੈ ਔਰ ਇਹਦੇ ਪ੍ਰੈਜ਼ੀਡੈਂਟ ਕੌਣ ਹੈ ਸੋਨੀਆ ਗਾਂਧੀ ਹੈ ਨਾ। ਉਸ ਤੋਂ ਬਾਅਦ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਕੌਣ ਹੈ ਸਿੰਬਲ ਇਲੈਕਸ਼ਨ ਸਿੰਬਲ ਲੋਟਸ ਫਲਾਰ ਕਮਲ ਦਾ ਫੁੱਲ ਔਰ ਇਹਦੇ ਜਿਹੜੇ ਇਹ ਇੱਥੇ ਸ਼੍ਰੀ JP ਨੱਡਾ ਲਿਖਿਆ ਹੋਇਆ ਬਟ ਇਹਦੇ ਜਿਹੜੇ ਹੈ ਨੇ ਅਮਿਤ JP ਨੱਡਾ ਹੈ ਠੀਕ ਹੈ। ਉਸ ਤੋਂ ਬਾਅਦ ਹੈ ਭਾਰਤੀ ਕਮਿਊਨਿਸਟ ਪਾਰਟੀ ਦਾਤਰੀ ਔਰ ਸਿੱਕਲ ਹੈਗੇ ਔਰ ਡਾਕਟਰ ਰਾਜਾ ਜਨਰਲ ਸੈਕਟਰੀ ਜਿਹੜੇ ਹੈਗੇ ਨੇ ਡਾਕਟਰ D ਰਾਜਾ ਜਿਹੜੇ ਹੈਗੇ ਨੇ ਦੇ ਇਲੈਕਸ਼ਨ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਨੇ। ਸੋ ਬੇਟਾ ਦੀਜ਼ ਆਰ ਦੀ ਪਾਰਟੀਜ਼ ਜਿਹੜੀਆਂ ਹੈਗੀਆਂ ਤੁਸੀਂ ਇਹਦੇ ਇਲੈਕਸ਼ਨ ਸਿੰਬਲ ਵਗੈਰਾ ਯਾਦ ਕਰਨੇ ਨੇ ਠੀਕ ਹੈ। ਉਸ ਤੋਂ ਬਾਅਦ ਕੀ ਹੈ 2 ਮਾਰਕਸ ਦੇ ਵਿੱਚ ਉਸ ਤੋਂ ਬਾਅਦ ਅਗਰ ਤੁਹਾਨੂੰ ਪੇਪਰ ਦੇ ਵਿੱਚ ਆ ਜਾਂਦਾ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਕਾਰਗੁਜ਼ਾਰੀ ਜਾਂ ਇਹਦੇ ਕੰਮ ਬਾਰੇ ਲਿਖੋ ਫਿਰ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ 2 ਲਾਈਨਸ ਦੇ ਵਿੱਚ ਇਹਦਾ ਇੱਕ ਹਿਸਟਰੀ ਦੱਸਣੀ ਹੈ ਕਿ ਕਾਂਗਰਸ ਪਾਰਟੀ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ AO ਹਿਊਮ ਨੇ 1885 ਦਸੰਬਰ 1885 ਦੇ ਵਿੱਚ ਬੰਬਈ ਦੇ ਵਿੱਚ ਕੀਤੀ ਸੀਗੀ ਠੀਕ ਹੈ। ਇਸ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਆਪਾਂ ਪਿੱਛੇ ਪੜ੍ਹ ਚੁੱਕੇ ਨੇ ਕਿ ਸੋਨੀਆ ਗਾਂਧੀ ਇਸ ਦੇ ਪ੍ਰਧਾਨ ਨੇ ਔਰ ਇਸ ਦਾ ਇਲੈਕਸ਼ਨ ਸਿੰਬਲ ਕੀ ਹੈ ਹੈਂਡ ਔਰ ਝੰਡੇ ਦੇ 3 ਰੰਗ ਜਿਹੜੇ ਹੈਗੇ ਨੇ ਉਹ ਵੀ ਇਹ ਤੇ ਜਿਹੜੇ ਪਾਰਟੀ ਦਾ ਨਿਸ਼ਾਨ ਹੈ। ਉਸ ਤੋਂ ਬਾਅਦ ਆਉਂਦਾ ਹੈ ਜੀ ਇਸ ਪਾਰਟੀ ਦਾ ਆਪਣਾ ਫਲੈਗ ਹੈ ਜਿਹਦਾ ਹਰਾ ਸਫੇਦ ਔਰ ਕੇਸਰੀ ਯਾਨੀ ਕਿ ਟ੍ਰਾਈਕਲਰ ਜਿਹੜਾ ਹੈਗਾ ਉਹ ਫਲੈਗ ਹੈ ਇਹਨਾਂ ਦਾ ਔਰ ਇਹਨਾਂ ਦਾ ਇਲੈਕਸ਼ਨ ਸਿੰਬਲ ਕੀ ਹੈ ਹੈਂਡ। ਉਸ ਤੋਂ ਬਾਅਦ ਹੈ ਜੀ ਸੋਸ਼ਲ ਔਰ ਸਪੋਰਟ ਬੇਸ ਆਫ ਦੀ ਕਾਂਗਰਸ ਨੂੰ ਕਿਹਦਾ ਸਪੋਰਟ ਹਾਸਿਲ ਹੈ। ਨੰਬਰ 1 ਰਿਲੀਜੀਅਸ ਮਾਈਨੋਰਿਟੀ ਧਾਰਮਿਕ ਘੱਟ ਗਿਣਤੀ ਹੈ। ਜਦੋਂ ਸ਼ੁਰੂਆਤ ਦੇ ਵਿੱਚ ਕਾਂਗਰਸ ਪਾਰਟੀ ਆਈ ਸੀ ਬੇਟਾ ਤਾਂ ਉਦੋਂ ਧਾਰਮਿਕ ਘੱਟ ਗਿਣਤੀਆਂ ਜਿਹੜੀਆਂ ਸੀਗੀਆਂ ਲੋਕੀ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਬਹੁਤ ਜ਼ਿਆਦਾ ਸਪੋਰਟ ਸੀ ਇਹਨਾਂ ਦੇ ਨਾਲ ਬਟ ਜਿਉਂ ਟਾਈਮ ਬੀਤਦਾ ਗਿਆ ਉਵੇਂ ਹੀ ਇਸ ਦਾ ਅਸਰ ਜਿਹੜਾ ਹੈਗਾ ਉਹ ਘਟਦਾ ਗਿਆ ਠੀਕ ਹੈ। ਔਰ ਇਹਦੇ ਸਮਰਥਨ ਦੇ ਵਿੱਚ ਕਮੀ ਆਉਂਦੀ ਗਈ ਜਿਵੇਂ ਉੱਤਰ ਪ੍ਰਦੇਸ਼ ਬਿਹਾਰ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਇਸ ਦੀਆਂ ਸੂਚਕ ਹਨ। ਉਸ ਤੋਂ ਬਾਅਦ ਹੈ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਜਦੋਂ ਇਹ ਪਾਰਟੀ ਹੋਂਦ ਵਿੱਚ ਆਈ ਸੀਗੀ ਤਾਂ ਉਦੋਂ ਸ਼ਡਿਊਲ ਕਾਸਟ ਔਰ ਸ਼ਡਿਊਲ ਟਰਾਈਬਸ ਦਾ ਇਹਨਾਂ ਨੂੰ ਸਮਰਥਨ ਪ੍ਰਾਪਤ ਸੀ ਬਟ ਜਿਉਂ ਇਸ ਦੀ ਕਾਰਗੁਜ਼ਾਰੀ ਵਿੱਚ ਫਰਕ ਆਉਂਦਾ ਰਿਹਾ ਉਸੇ ਤਰ੍ਹਾਂ ਹੀ ਇਹਦੇ ਸਮਰਥਨ ਦੇ ਵਿੱਚ ਵੀ ਚੇਂਜ ਆਉਂਦਾ ਰਿਹਾ। ਉਸ ਤੋਂ ਬਾਅਦ ਹੈ ਬੈਕਵਰਡ ਕਲਾਸਿਸ ਇਹਦਾ ਸਿਰਫ ਬੇਟਾ ਤੁਸੀਂ ਇੰਨਾ ਲਿਖਣਾ ਕਿ ਬੈਕਵਰਡ ਕਲਾਸਿਸ ਦਾ ਇਹਨਾਂ ਨੂੰ ਸਪੋਰਟ ਪ੍ਰਾਪਤ ਸੀਗਾ ਬਟ ਟਾਈਮ ਦੇ ਨਾਲ ਉਹ ਜਿਹੜਾ ਹੈਗਾ ਉਹ ਘਟਦਾ ਚਲਾ ਗਿਆ। ਅਨਪੜ੍ਹ ਇਲਿਟਰੇਟ ਪੂਅਰ ਪੀਪਲਸ ਰਿਚ ਕਲਾਸਿਸ ਔਰ ਸਪੋਰਟ ਆਫ ਦੀ ਵੂਮਨ ਸ਼੍ਰੀਮਤੀ ਸੋਨੀਆ ਗਾਂਧੀ ਦੇ ਕਰਕੇ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਸਪੋਰਟ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਰਿਹਾ। ਪਹਿਲਾਂ ਇੰਦਰਾ ਗਾਂਧੀ ਸੀਗੀ ਹੁਣ ਸੋਨੀਆ ਗਾਂਧੀ ਹੈ ਬਟ ਨਾਓ ਹੌਲੀ ਇਸ ਦਾ ਜਿਹੜਾ ਸਮਰਥਨ ਹੈ ਉਹ ਘਟ ਰਿਹਾ ਹੈ। ਉਸ ਤੋਂ ਬਾਅਦ ਆਉਂਦੇ ਮਜ਼ਦੂਰ ਵਰਗ ਨੂੰ ਜਿਹੜਾ ਸੀਗਾ ਮਜ਼ਦੂਰ ਵਰਗ ਇਸ ਨੂੰ ਆਪਣਾ ਬਹੁਤ ਵੱਡਾ ਹਮਦਰਦੀ ਸਮਝਦਾ ਸੀ ਬਟ ਨਾਓ the time is changed. Education and middle class also like the also support the Congress party but now there are some difference in their मतलब ideology। ਉਸ ਤੋਂ ਬਾਅਦ ਹੈ ਆਈਡੀਓਲੋਜੀ ਆਫ ਦੀ ਕਾਂਗਰਸ ਦੀ ਵਿਚਾਰਧਾਰਾ ਕੀ ਹੈ। ਹਰ ਇੱਕ ਪਾਰਟੀ ਦੀ ਵਿਚਾਰਧਾਰਾ ਬੇਟਾ ਸੇਮ ਹੋਏਗੀ ਕਿਉਂਕਿ ਹਰ ਇੱਕ ਪਾਰਟੀ ਨੂੰ ਲੋਕਤੰਤਰ ਵਿੱਚ ਵਿਸ਼ਵਾਸ ਹੋਏਗਾ ਕੁਆਇਟ ਆਬਵੀਅਸ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਹੋਏਗਾ ਤਾਂ ਉਹ ਪਾਰਟੀ ਐਗਜ਼ਿਸਟ ਨਹੀਂ ਕਰ ਸਕਦੀ। ਧਰਮ ਨਿਰਪੱਖਤਾ ਤੇ ਵਿੱਚ ਵਿਸ਼ਵਾਸ ਧਰਮ ਨਿਰਪੱਖਤਾ ਕੀ ਹੁੰਦੀ ਹੈ ਕਿ everybody free to take any kind of everybody free to adopt any religion ਹੈ ਨਾ ਹਰ ਇੱਕ ਪਰਸਨ ਜਿਹੜਾ ਹੈਗਾ ਕੋਈ ਵੀ ਧਰਮ ਨੂੰ ਅਪਣਾ ਸਕਦਾ ਹੈ। ਇੰਡੀਆ ਦਾ ਕੋਈ ਵੀ ਆਪਣਾ ਧਰਮ ਨਹੀਂ ਹੈ ਜਾਂ ਕਾਂਗਰਸ ਦਾ ਆਪਣਾ ਕੋਈ ਧਰਮ ਨਹੀਂ ਹੈ। ਫੇਥ ਇਨ ਸੋਸ਼ਲਿਜ਼ਮ ਪਾਰਟੀ ਜੇ ਜਾਣਦੀ ਹੈ ਕਿ ਵਿਸ਼ਵਾਸ ਕਰਦੀ ਕਿ ਭਾਰਤ ਦੀ ਆਰਥਿਕ ਅਤੇ ਸਮਾਜਿਕ ਸਮੱਸਿਆ ਦਾ ਹੱਲ ਸਮਾਜਵਾਦ ਹੀ ਹੈ। ਸੋ ਇਹ ਪਾਰਟੀ ਜਿਹੜੀ ਹੈਗੀ ਹੈ ਸਮਾਜਵਾਦ ਦੇ ਵਿੱਚ ਜਿਹੜਾ ਹੈਗਾ ਉਹ ਬਿਲੀਵ ਕਰਦੀ ਹੈ ਮੀਨਸ ਐਵਰੀਬਡੀ ਇਕੁਅਲ। ਉਸ ਤੋਂ ਬਾਅਦ ਹੈ ਇਕਨੋਮਿਕ ਲਿਬਰਲਿਜ਼ਮ ਆਰਥਿਕ ਉਦਾਰਵਾਦ ਪਿਛਲੇ ਕੁਝ ਸਾਲਾਂ ਤੋਂ ਕਾਂਗਰਸ ਨੇ ਸਮਾਜਵਾਦ ਦੇ ਉਦੇਸ਼ ਪਿੱਛੇ ਛੱਡ ਕੇ ਆਰਥਿਕ ਉਦਾਰਵਾਦ ਜਾਂ ਖੁੱਲੀ ਮੰਡੀ ਦੀ ਨੀਤੀ ਨੂੰ ਅਪਣਾ ਲਿਆ ਹੈ ਓਪਨ ਕੰਪੀਟੀਸ਼ਨ ਰੱਖ ਦਿੱਤਾ ਹੈ ਨਾ। ਉਸ ਤੋਂ ਬਾਅਦ ਜੂਨ 1991 ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਪਿੱਛੋਂ ਕਾਂਗਰਸ ਦੀ ਨਰਸਿਮਹਾ ਰਾਓ ਸਰਕਾਰ ਨੇ ਆਰਥਿਕ ਉਦਾਰਵਾਦ ਦੀ ਨੀਤੀ ਦੀ ਘੋਸ਼ਣਾ ਕੀਤੀ ਜਿਸ ਦੇ ਅਧੀਨ ਕੁਝ ਉਦਯੋਗਾਂ ਨੂੰ ਛੱਡ ਕੇ
ਛੱਡ ਕੇ ਬਾਕੀਆਂ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਜਿਹੜੀਆਂ ਹੈਗੀਆਂ ਉਹ ਖਤਮ ਕਰ ਦਿੱਤਾ ਗਿਆ ਹੈ, ਮਤਲਬ ਲਾਇਸੈਂਸ ਖਤਮ ਕਰ ਦਿੱਤਾ ਗਿਆ ਹੈ ਕਿ ਸਿਰਫ ਜਿਵੇਂ ਸ਼ਰਾਬ ਦੀ ਫੈਕਟਰੀ ਲਗਾਉਣੀ ਹੈ, ਕੈਮੀਕਲ ਫੈਕਟਰੀ ਲਗਾਉਣੀ ਹੈ, ਬਾਰੂਦ ਦੀ ਫੈਕਟਰੀ ਲਗਾਉਣੀ ਹੈ, ਇਹਨਾਂ ਚੀਜ਼ਾਂ ਦੇ ਲਈ ਪਰਮਿਸ਼ਨ ਦੀ ਲੋੜ ਹੈ। ਬਟ ਅਦਰਵਾਈਜ਼ ਅਗਰ ਕਿਸੇ ਨੇ ਕੱਪੜੇ ਦੀ, ਸ਼ੂਗਰ ਦੀ ਮਿਲ ਸ਼ੁਰੂ ਕਰਨੀ ਹੈ ਤਾਂ ਉਸ ਦੇ ਲਈ ਉਸਨੂੰ ਲਾਇਸੈਂਸ ਦੀ ਜ਼ਰੂਰਤ ਨਹੀਂ ਹੈ। ਉਸ ਤੋਂ ਬਾਅਦ ਹੈ ਗੁੱਡ ਨਿਰਲੇਪਤਾ ਦੇ ਵਿੱਚ ਵਿਸ਼ਵਾਸ। ਗੁੱਡ ਨਿਰਲੇਪਤਾ ਦੀ ਨੀਤੀ ਬੇਟਾ ਉਦੋਂ ਐਗਜ਼ਿਸਟ ਹੋਈ ਸੀ ਜਦੋਂ ਕੋਲਡ ਵਾਰ ਸੀ, ਹੈ ਨਾ, ਵੀ ਜਿਹਦੇ ਇੱਕ ਪਾਸੇ ਸੋਵੀਅਤ ਸੰਘ ਸੀਗਾ। ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਉਸ ਦੇ ਬਾਰੇ। ਗੁੱਟ ਨਿਰਲੇਪਤਾ ਦੀ ਨੀਤੀ ਮਤਲਬ ਹੈ ਕਿਸੇ ਵੀ ਗੁੱਟ ਦੇ ਵਿੱਚ ਸ਼ਾਮਿਲ ਨਾ ਹੋਣਾ, ਕਿਸੇ ਵੀ ਗਰੁੱਪ ਦੇ ਵਿੱਚ ਸ਼ਾਮਿਲ ਨਾ ਹੋ ਕੇ ਇੱਕ ਫ੍ਰੀ ਰਹਿ ਕੇ ਹਰ ਇੱਕ ਪਾਰਟੀ ਨੂੰ ਸਮਰਥਨ ਦੇਣਾ ਔਰ ਹਰ ਇੱਕ ਗਰੁੱਪ ਨੂੰ ਦਾ ਸਾਥ ਦੇਣਾ। ਪਰਮਾਣੂ ਸ਼ਕਤੀ ਦਾ ਉਪਯੋਗ ਸ਼ਾਂਤੀ ਪ੍ਰਯੋਗ ਉਦੇਸ਼ਾਂ ਲਈ, ਮੀਨਸ ਜੋ ਸਾਡੇ ਕੋਲ ਨਿਊਕਲੀਅਰ ਪਾਵਰ ਹੈ ਉਸ ਦਾ ਪ੍ਰਯੋਗ ਹਮੇਸ਼ਾ ਹੀ ਇੱਕ ਪੀਸਫੁਲ ਪਰਪਸ ਦੇ ਲਈ ਕੀਤਾ ਜਾਏਗਾ। ਹਥਿਆਰ ਬਣਾਉਣ ਦੇ ਲਈ ਇਸ ਨੀਤੀ ਦਾ ਪ੍ਰਯੋਗ ਬਿਲਕੁਲ ਨਹੀਂ ਕੀਤਾ ਜਾਏਗਾ। ਕਾਂਗਰਸ ਇਸ ਦੇ ਹੱਕ ਦੇ ਵਿੱਚ ਹੈ। ਨਸਲਵਾਦ, ਬਸਤੀਵਾਦ ਤੇ ਸਮਾਜਵਾਦ ਦਾ ਵਿਰੋਧ, ਮਤਲਬ ਕਿਸੇ ਵੀ ਆਧਾਰ ਤੇ ਕਿਸੇ ਵੀ ਪਰਸਨ ਦੇ ਨਾਲ, ਕਿਸੇ ਵੀ ਏਰੀਏ ਦੇ ਨਾਲ ਨਸਲ ਜਾਂ ਰੰਗ ਜਾਤੀ ਦੇ ਆਧਾਰ ਤੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਏਗਾ। ਸਪੋਰਟਰਸ ਆਫ ਦ ਹਿਊਮਨ ਰਾਈਟ, ਕਾਂਗਰਸ ਪਾਰਟੀ ਹਮੇਸ਼ਾ ਤੋਂ ਹਿਊਮਨ ਰਾਈਟਸ ਦੀ ਸਮਰਥਕ ਰਹੀ ਹੈ ਔਰ ਵਿਅਕਤੀਆਂ ਨੂੰ ਮਨੁੱਖੀ ਅਧਿਕਾਰ ਜਿਹੜੇ ਹੈਗੇ ਨੇ ਦੇਣ ਦੇ ਪੱਖ ਦੇ ਵਿੱਚ ਰਹੀ ਹੈ। ਬਿਕੋਜ਼ ਹਿਊਮਨ ਰਾਈਟਸ ਆਰ ਅਸੈਂਸ਼ੀਅਲ ਡਿਮਾਂਡਸ ਫॉर ਦੀ ਹਿਊਮਨਸ, ਕੀ ਹਿਊਮਨ ਰਾਈਟਸ ਉਹ ਉਚਿਤ ਦਾਅਵੇ ਨੇ ਜੋ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਸਪੋਰਟਰ ਆਫ ਨੈਸ਼ਨਲ ਯੂਨਿਟੀ ਐਂਡ ਇੰਟੀਗ੍ਰਿਟੀ, ਮੀਨਸ ਰਾਸ਼ਟਰੀ ਏਕਤਾ ਔਰ ਅਖੰਡਤਾ ਦਾ ਸਮਰਥਨ ਵੀ ਕਰਦੀ ਹੈ। ਹਰ ਇੱਕ ਪਾਰਟੀ ਬੇਟਾ ਕੋਈ ਵੀ, ਚਾਹੇ ਉਹ ਬੀਜੇਪੀ ਕਰਨੀ ਹੈ, ਚਾਹੇ ਬਹੁਜਨ ਸਮਾਜ ਪਾਰਟੀ ਕਰਨੀ ਹੈ, ਚਾਹੇ ਕੋਈ ਵੀ XYZ ਕੋਈ ਵੀ ਪਾਰਟੀ ਕਰਨੀ ਹੈ ਤੁਸੀਂ, ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ, ਕਿਉਂਕਿ ਜਦ ਤੱਕ ਪਾਰਟੀ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਜਾਂ ਇਹਨਾਂ ਚੀਜ਼ਾਂ ਦੀ ਵਿਚਾਰਧਾਰਾ ਨਹੀਂ ਅਪਣਾਉਂਦੀ, ਉਹ ਜਿਹੜੀ ਹੈਗੀ ਹੈ ਇੰਡੀਆ ਦੇ ਵਿੱਚ ਐਗਜ਼ਿਸਟ ਨਹੀਂ ਕਰ ਸਕਦੀ, ਹੈ ਨਾ। ਉਸ ਤੋਂ ਬਾਅਦ ਹੈ ਬੇਟਾ ਪਾਲਿਸੀਜ਼, ਖੇਤੀਬਾੜੀ ਸੰਬੰਧੀ ਨੀਤੀਆਂ, ਹੈ ਨਾ। ਖੇਤੀਬਾੜੀ ਮੀਨਸ ਪਿੰਡਾਂ ਦਾ ਵਿਕਾਸ ਕਰਨਾ, ਉਦਯੋਗਿਕ ਨੀਤੀ ਇੰਡਸਟਰੀਜ਼ ਨਾਲ ਰਿਲੇਟਡ, ਰੋਜ਼ਗਾਰ ਦੇ ਵੱਧ ਮੌਕੇ ਪ੍ਰਦਾਨ ਕਰਨਾ, ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਕਰਨਾ, ਮਜ਼ਦੂਰਾਂ ਦੇ ਲਈ ਇੱਕ ਵਧੀਆ ਇੱਕ ਐਟਮੋਸਫੇਅਰ ਪੈਦਾ ਕਰਨਾ, ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਕਰਨਾ, ਕਰ ਪ੍ਰਣਾਲੀ ਵਿੱਚ ਸੁਧਾਰ ਕਰਨਾ, ਪਾਰਟੀ ਦੀ ਵਿਦੇਸ਼ੀ ਨੀਤੀ, ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਬਣਾਏ ਰੱਖਣਾ, ਸੰਯੁਕਤ ਰਾਸ਼ਟਰ ਦਾ ਸਹਿਯੋਗ ਦੇਣਾ, ਸਮਾਜਵਾਦ ਦਾ ਵਿਰੋਧ ਕਰਨਾ, ਨਸਲਵਾਦ ਤੇ ਬਸਤੀਵਾਦ ਦਾ ਵਿਰੋਧ ਕਰਨਾ, ਗੁਆਂਢੀ ਰਾਜ ਦੇ ਨਾਲ ਮਿੱਤਰਤਾਪੂਰਵਕ ਸੰਬੰਧ ਬਣਾਏ ਰੱਖਣੇ, ਨਿਊਕਲੀਅਰ ਪਾਵਰ ਪਾਵਰ ਦਾ ਪ੍ਰਯੋਗ ਸਿਰਫ ਔਰ ਸਿਰਫ ਸ਼ਾਂਤੀਮਈ ਦੇਸ਼ਾਂ ਦੇ ਲਈ ਕੀਤਾ ਜਾਣਾ ਚਾਹੀਦਾ ਹੈ। ਪ੍ਰੋਟੈਕਸ਼ਨ ਆਫ ਦੀ ਮਾਈਨੋਰਿਟੀਜ਼, ਘੱਟ ਗਿਣਤੀ ਜਿਹੜੀ ਸਾਡੇ ਦੇਸ਼ ਦੇ ਵਿੱਚ ਹੈਗੀਆਂ ਨੇ ਉਹਨਾਂ ਦਾ ਸਾਥ ਦੇਣਾ। ਸੋ ਇਹ ਉਸ ਤੋਂ ਬਾਅਦ ਅਨੁਸੂਚਿਤ ਜਨਜਾਤੀਆਂ ਦੀ ਰੱਖਿਆ ਕਰਨਾ, ਠੀਕ ਹੈ। ਭਾਸ਼ਾ ਸੰਬੰਧੀ ਨੀਤੀ, ਸਿਹਤ ਪਰਿਵਾਰ ਕਲਿਆਣ, ਇਸਤਰੀਆਂ ਦੀ ਸੰਬੰਧੀ ਸੁਧਾਰ ਕਰਨੇ, ਠੀਕ ਹੈ। ਵਿੱਦਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ, ਤਕਨੀਕੀ ਵਿਕਾਸ ਕਰਨਾ, ਇਹ ਸਾਰੀਆਂ ਚੀਜ਼ਾਂ ਬੇਟਾ ਹਰ ਇੱਕ ਚੀਜ਼ ਜਿਹੜੀਆਂ ਹੈਗੀਆਂ ਇਹ ਸਾਰੀਆਂ ਹੀ ਹਰ ਇੱਕ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੀਆਂ। ਅਗਰ ਤੁਸੀਂ ਇੱਕ ਪਾਰਟੀ ਪੜ੍ਹ ਲਈ ਤਾਂ ਸਾਰੀਆਂ ਪਾਰਟੀਜ਼ ਦੇ ਵਿੱਚ ਇਹ ਇਨਕਲੂਡ ਹੋਏਗਾ, ਠੀਕ ਹੈ। ਬਾਕੀ ਇਹ ਹੈ ਕਿ ਇਲੈਕਸ਼ਨ ਸਿੰਬਲ ਔਰ ਪ੍ਰੈਜ਼ੀਡੈਂਟ ਦਾ ਨਾਮ ਜਿਹੜਾ ਹੈਗਾ ਉਹ ਬਦਲ ਜਾਏਗਾ, ਲੇਕਿਨ ਬਹੁਜਨ ਸਮਾਜ ਪਾਰਟੀ ਦੇ ਵਿੱਚ ਆ ਜਾਊਗਾ ਕਿ ਜਿਵੇਂ ਉਹ ਇੱਕ ਪਰਟੀਕੂਲਰ ਦਲਿਤਾਂ ਦੇ ਲਈ ਪਾਰਟੀ ਬਣੀ ਹੋਈ ਹੈ ਤਾਂ ਉਹਦੇ ਵਿੱਚ ਦਲਿਤ ਵਰਗ ਐਡ ਹੋ ਜਾਏਗਾ। ਬਾਕੀ ਸਾਰਾ ਕੁਝ ਤੁਸੀਂ ਇਹਦੇ ਵਿੱਚ ਸੇਮ ਹੀ ਕਰਨਾ ਹੈ, ਚਾਹੇ ਕੋਈ ਵੀ ਪਾਰਟੀ ਆ ਜਾਏ, ਠੀਕ ਹੈ।